देखो जी मैं यंगस्टर मैं अपनी एजुकेशन भी नाल स्टार्ट करदा ते मैनू हुण मेरी डिग्री एंड होने वाली है माशाल्लाह। ते इस वाला हुण मेरे कोल कोई बैकअप को नहीं है, नौकरियां है नहीं गईयां। बिल्कुल बिल्कुल ठीक है, मेरे को कुछ तो बैकअप होना चाहिए ना। इस वजह तो मैं 2017-18 तो अपनी फील्ड च आके नाले डिग्री करदा हां, माशाल्लाह नाले इस फील्ड ਨੂੰ ਸੰਭਾਲ ਲੈਂਦੇ ਆ। ਜ਼ਬਰਦਸਤ। ठीक है, मैं तो हुण ਇਹੋ ਹੀ ਸਭ ਨੂੰ ਮਸ਼ਵਰਾ ਦਊਂਗਾ ਵੀ ਕੋਸ਼ਿਸ਼ ਕਰਨ, ਇਨਵੈਸਟਮੈਂਟ ਹੈ ਵਾ बिल्कुल बिल्कुल ਲੇਕਿਨ ਬਾਹਰ ਜਾਣ ਨਾਲੋਂ ਇੱਥੇ ਰਹਿ ਕੇ ਆਪਣਾ ਇਹ ਕੰਮ ਸਟਾर्ट ਕਰਨ, माशाल्लाह ਇਹਦੇ 'ਚ बचत है। ज़बरदस्त। बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग? उम्मीद करता हूँ आप सब लोग खैर खैरियत से होंगे। मैं हूँ शेख अब्बास और आप देख रहे हैं मेरा यूट्यूब चैनल। तो फ्रेंड्स, आज हम एक और कैटल फार्म पे मौजूद हैं। उनके ऑनर हमारे साथ हैं, उनसे आपकी मुलाकात करवाएंगे और उनसे पूछेंगे कि ये काम करते हुए उन्हें कितना अरसा हो गया। अस्सलाम वालेकुम सर। वालेकुम सलाम। क्या हाल चाल है सर? अल्हम्दुलिल्लाह, ठीक है? ਤੁਸੀਂ ਸੁਣਾਓ? अल्हम्दुलिल्लाह। सर सब तो पहले तो अपना नाम और अपने फार्म की लोकेशन दस दिओ। जी, मेरा नाम अमीर माविया माशाल्लाह। ਤੇ ਸਾਡਾ ਫਾਰਮ ਹੈ ਮੁਲਤਾਨ ਵਿਆੜੀ ਰੋਡ ਡਾਉਨੀ ਕਸੀ ਪਿੰਡ ਬੂਟੇ ਵਾਲਾ माशाल्लाह ਤੇ ਫਾਰਮ ਦਾ ਨਾਮ ਸਾਡਾ ਚੌਧਰੀ ਮੁਹੰਮਦ ਅਸਲਮ ਸੰਧੂ ਐਂਡ ਸੰਧ ਡੇਅਰੀ ਫਾਰਮ, माशाल्लाह ਕਿਉਂਕਿ ਸਾਡੇ ਦਾਦਾ ਅਬੂ ਸੀ ਅਸਾਂ ਉਹਨਾਂ ਦੇ ਨਾਂ ਤੋਂ ਰੱਖਿਆ ਹੈ। माशाल्लाह हाँ जी। ज़बरदस्त। अच्छा सर, ਇਹ ਦੱਸੋ ਕਿ ਇਹ ਕੰਮ ਕਰਦੇ ਹੋਏ ਕਿੰਨਾ ਅਰਸਾ ਹੋ ਗਿਆ ਤੁਹਾਨੂੰ? ਸਾਨੂੰ ਇਹ ਕੰਮ ਕਰਦਿਆਂ ਤਕਰੀਬਨ ਹੋ ਗਿਆ 2012 ਚ ਅਸਾਂ ਸਟਾਰਟ ਕੀਤਾ ਸੀ ਮਾਸ਼ਾਅੱਲਾ ਤੇ ਜਦੋਂ ਅਸਾਂ ਸਟਾਰਟ ਕੀਤਾ ਸੀ ਫਿਰ ਅਸਾਂ ਸੇਲਿੰਗ ਐਂਡ ਪਰਚੇਜ਼ਿੰਗ ਦਾ ਕੰਮ ਕਰਦੇ ਰਹਿੰਦੇ ਸਾਂ ਮਾਸ਼ਾਅੱਲਾ। ਤਾਂ ਕਿ ਬਾਹਰੋਂ ਕੋਈ ਅੱਛਾ ਜਾਨਵਰ ਲੈ ਲਿਆ, ਕੋਈ ਨਾਰਮਲ ਜਾਨਵਰ ਲੈ ਲਿਆ, ਜੀ, ਜੀ। ਉਹਦੀ ਫਿਰ ਅਸਾਂ ਆਪ ਬਰੀਡ ਤਿਆਰ ਕਰਦੇ ਰਹੇ। ਲੇਕਿਨ ਅਲਹਮਦੁਲਿਲਾ 2017-18 ਤੋਂ ਅਸਾਂ ਕੋਈ ਜਾਨਵਰ ਨਹੀਂ ਲਿਆ ਬਾਹਰੋਂ ठीक हो गए, ਤੇ ਆਪਣੀ ਬਰੀਡ ਤਿਆਰ ਕਰ ਰਹੇ ਹਾਂ ठीक हो गए, ਤੇ ਕ੍ਰਾਸ ਕਰਵਾਈ ਦੀਆਂ ਨੇ ਅਸਾਂ ਗਾਵਾਂ। ठीक हो गए। सर ਕਿਹੜੀ ਨਸਲ ਦੀਆਂ ਗਾਈਆਂ ਨੇ ਆਪਣੇ? ਅਸਾਂ ਫਰੀਜ਼ਨ ਰੱਖਦੇ ਆ F2 ਚ, ਲੇਕਿਨ ਪਿਓਰ ਨਹੀਂ ਗੀ, ਉਹ ਕ੍ਰਾਸ ਹੈ, ਸਾਈਵਾਲ ਚ ਆ, ਚੋਲਿਸਤਾਨ ਤੇ ਕ੍ਰਾਸ ਹੈ। ਪਿਓਰ ਨਾ ਰੱਖਣ ਦੀ ਵਜ੍ਹਾ ਕੀ ਹੈ? ਇਹਦੀ ਵਜ੍ਹਾ ਵਾ ਵੀ ਟੈਂਪਰੇਚਰ, ਠੀਕ ਹੋ ਕਿਉਂਕਿ ਆਪਣੇ ਇੱਥੇ ਮੁਲਤਾਨ ਚ ਤਕਰੀਬਨ 2 ਮਹੀਨੇ ਸਰਦੀ ਰਹਿੰਦੀ ਹੈ, 10 ਮਹੀਨੇ ਗਰਮੀ ਰਹਿੰਦੀ ਹੈ ਠੀਕ ਹੋ ਗਏ, ਤੇ ਜਾਨਵਰ ਸਰਵਾਈਵ ਨਹੀਂ ਕਰ ਸਕਦਾ ਇਸ ਟੈਂਪਰੇਚਰ ਦੇ ਮੁਤਾਬਿਕ ਨਾ, ਫਿਰ ਠੀਕ ਹੋ ਗਏ, ਤੇ ਇਸ ਵਜ੍ਹਾ ਤੋਂ ਇਹੋ ਜਿਹਾ ਮਾਹੌਲ ਸਾਨੂੰ ਰੱਖਣਾ ਪੈਂਦਾ ਨਾ। ਠੀਕ ਹੋ ਗਏ। ਹਾਂਜੀ ਅੱਛਾ, ਕ੍ਰਾਸ ਜਿਹੜੀਆਂ ਤੁਸੀਂ ਗਾਂ ਰੱਖੀਆਂ ਹੋਈਆਂ ਇਸ ਹਾਂਜੀ। ਉਹਨਾਂ ਚੋਂ ਤੁਸੀਂ ਮਿਲਕ ਐਵਰੇਜ ਇੱਕ ਦਿਨ ਦੀ ਕਿੰਨੀ ਲੈ ਰਹੇ ਹੋ? ਅਸਾਂ ਕ੍ਰਾਸ ਚ ਰੱਖ ਕੇ ਮਿਲ ਤਕਰੀਬਨ ਓਵਰਆਲ ਐਵਰੇਜ ਦੇਖੀਏ ਤੇ ਤਕਰੀਬਨ 25-20 ਇਹ ਐਵਰੇਜ ਆ ਰਹੀ ਓਵਰਆਲ, ਠੀਕ ਹੋ ਗਿਆ। ਕਿਉਂਕਿ ਕ੍ਰਾਸ ਚ ਨੇ, ਪਿਓਰ ਨਹੀਂ ਹੈਗੀਆਂ। ਬਿਲਕੁਲ, ਹਾਂਜੀ, ਬਿਲਕੁਲ। ਕੁਝ ਗਾਈਆਂ ਐਸੀਆਂ ਵੀ ਹੈ ਵੀ ਯਾਨੀ ਕਿ ਜਿਨ੍ਹਾਂ ਤੋਂ 30+ ਵੀ ਲਈ ਜਾ ਰਹੀਆਂ, ਮਾਸ਼ਾਅੱਲਾ। ਲੇਕਿਨ ਉਹ ਜ਼ਿਆਦਾ ਵੀ ਯਾਨੀ ਕਿ ਉਹਨਾਂ ਚ ਕ੍ਰਾਸ ਚ ਆ ਜਾਂਦੀਆਂ ਨੇ ਨਾ। ਮਾਸ਼ਾਅੱਲਾ। ਹਾਂਜੀ, ਠੀਕ ਇਸ ਵਜ੍ਹਾ ਤੋਂ ਉਹ ਜ਼ਿਆਦਾ ਦੁੱਧ ਦਿੰਦੀਆਂ ਨੇ। ਜ਼ਬਰਦਸਤ। ਅੱਛਾ ਸਰ, ਹੁਣ ਇਹ ਦੱਸੋ ਕਿ ਤੁਸੀਂ 5 ਲੀਟਰ ਅਗਰ ਐਵਰੇਜ ਲਗਾ ਰਹੇ ਹੋ ਇੱਕ ਗਾਂ ਦੀ, ਹਾਂਜੀ, ਤੇ ਉਹਨਾਂ ਤੇ ਪਰ ਡੇ ਖਰਚਾ ਕਿੰਨਾ ਕਰ ਰਹੇ ਹੋ? ਉਹਨਾਂ ਤੇ ਪਰ ਡੇ ਖਰਚਾ ਤਕਰੀਬਨ ਹਾਫ ਸਮਝ ਲਾ ਲਓ ਵੀ 12 kg ਉਹਦੇ ਤੇ ਖਰਚਾ ਤੇ 12 kg ਫਾਰਮਰ ਨੂੰ ਬਚਦਾ। ਜ਼ਬਰਦਸਤ। ਹਾਂਜੀ, ਯਾਨੀ ਕਿ ਅਗਰ 25 ਕਿਲੋ ਤੁਸੀਂ ਦੁੱਧ ਲੈ ਰਹੇ ਹੋ ਹਾਂਜੀ, ਤੇ ਉਹਦੇ ਚੋਂ 12.5 kg ਤੁਸੀਂ ਉਹਦਾ ਖਰਚਾ ਹੈ। ਵਾ ਜਾਨਵਰ ਦਾ ਮੈਕਸਿਮਮ ਖਰਚਾ ਜਿਹੜਾ ਨਾ ਉਹ 12.5-13 kg ਹੈ। ਤੇ ਸਰ ਇਸ ਟਾਈਮ ਮੌਜੂਦਾ ਰੇਟ ਕੀ ਹੈ ਦੁੱਧ ਦਾ ਜਿਹੜਾ ਸੇਲ ਦੁੱਧ ਦਾ ਰੇਟ ਇੱਥੇ ਸਾਡੇ ਜਿਹੜਾ ਵਾ 135 ਹੈ। 135? ਹਾਂ, 135 ਰੁਪਏ। ਠੀਕ ਹੋ ਗਿਆ। ਅੱਛਾ ਸਰ, ਹੁਣ ਜਿਹੜਾ ਤੁਸੀਂ ਹਾਫ ਖਰਚਾ ਕਰ ਰਹੇ ਹੋ ਹਾਂਜੀ, ਤੇ ਇਹਦੇ ਵਿੱਚ ਇਹਨਾਂ ਨੂੰ ਖਾਣ ਲਈ ਕਿਹੜੀ ਸ਼ੈ ਦੇ ਰਹੇ ਹੋ? ਇਹ ਵਿੱਚ ਇਹਨਾਂ ਨੂੰ ਸੈਲੇਜ, ਵੰਡਾ, ਤੂੜੀ ਵਗੈਰਾ ਤੇ ਚਾਰਾ ਵਗੈਰਾ, ਸਬਜ਼ ਚਾਰਾ ਯਾਨੀ ਕਿ। ਠੀਕ ਹੋ ਗਿਆ। ਹਾਂਜੀ, ਤੇ ਸਰ ਜਿਹੜਾ ਵੰਡਾ ਔਰ ਸੈਲੀਜ ਹੈ ਉਹ ਤੁਸੀਂ ਆਪਣਾ ਖੁਦ ਬਣਾ ਰਹੇ ਹੋ ਜਾਂ ਸੈਲੇਜ ਸਾਡਾ ਆਪਣਾ ਹੁੰਦਾ ਵਾ ਤੇ ਵੰਡਾ ਕੋਸ਼ਿਸ਼ ਕਰ ਰਹੇ ਹਾਂ, ਟਰਾਈ ਕਰ ਰਹੇ ਹਾਂ ਵੀ ਆਪਣਾ ਤਿਆਰ ਕੀਤੀ ਜਾਵੇ। ਹਾਂ, ਠੀਕ ਹੈ। ਐਸਾ ਟਰਾਈ ਕਰ ਯਾਨੀ ਕਿ ਬਿਹਤਰ ਹੈ ਹੀ ਹੈ ਕਿ ਅਗਰ ਆਪਣਾ ਤਿਆਰ ਕਰੇ ਤੇ ਫਾਰਮਰ ਨੂੰ ਕੁਝ ਬਚਦਾ, ਠੀਕ ਹੋ ਗਿਆ। ਬਾਹਰੋਂ ਪਰਚੇਸ ਕਰਕੇ ਫਾਰਮਰ ਨੂੰ ਕੁਝ ਨਹੀਂ ਬਚਦਾ, ਠੀਕ ਹੋ ਗਿਆ, ਕਿਉਂਕਿ ਕੰਪਨੀਆਂ ਦੇ ਰੇਟ ਬਹੁਤ ਹਾਈ ਨੇ। ਠੀਕ ਹੋ ਗਿਆ। ਅੱਛਾ ਸਰ, ਹੁਣ ਤੁਸੀਂ ਇਹ ਦੱਸੋ ਇੱਕ ਡੇਅਰੀ ਫਾਰਮ ਹੈ, ਕਾਮਯਾਬ ਡੇਅਰੀ ਫਾਰਮਿੰਗ ਅਗਰ ਕਰਨੀ ਕਿਸੇ ਭਾਈ ਨੇ ਸਟਾਰਟ ਕਰਨੀ, ਹਾਂਜੀ ਹਾਂਜੀ, ਤੇ ਉਹਨਾਂ ਲਈ ਕਿਹੜੀ ਚੀਜ਼ ਜ਼ਰੂਰੀ ਹੈਗੀ ਹੈ? ਉਹਨਾਂ ਨੂੰ ਸਟਾਰਟਿੰਗ 'ਚ ਕਿਹੜੀਆਂ ਚੀਜ਼ਾਂ? ਦੇਖੋ ਜੀ, ਮੈਂ ਯੰਗਸਟਰ ਮੈਂ ਆਪਣੀ ਐਜੂਕੇਸ਼ਨ ਵੀ ਨਾਲ ਸਟਾਰਟ ਕਰਦਾ ਤੇ ਮੈਨੂੰ ਹੁਣ ਮੇਰੀ ਡਿਗਰੀ ਐਂਡ ਹੋਣ ਵਾਲੀ ਹੈ ਮਾਸ਼ਾਅੱਲਾ। ਤੇ ਇਸ ਵਾਲਾ ਹੁਣ ਮੇਰੇ ਕੋਲ ਕੋਈ ਬੈਕਅਪ ਕੋ ਨਹੀਂ ਗਾ, ਨੌਕਰੀਆਂ ਹੈ ਨਹੀਂ ਗਈਆਂ। ਬਿਲਕੁਲ ਬਿਲਕੁਲ, ਠੀਕ ਹੈ, ਮੇਰੇ ਕੋਲ ਕੁਝ ਤਾਂ ਬੈਕਅਪ ਹੋਣਾ ਚਾਹੀਦਾ ਨਾ। ਇਸ ਵਜ੍ਹਾ ਤੋਂ ਮੈਂ 2017-18 ਤੋਂ ਆਪਣੀ ਫੀਲਡ 'ਚ ਆ ਕੇ ਨਾਲੇ ਡਿਗਰੀ ਕਰਦਾ ਹਾਂ, ਮਾਸ਼ਾਅੱਲਾ, ਨਾਲੇ ਇਸ ਫੀਲਡ ਨੂੰ ਸੰਭਾਲ ਲੈਂਦੇ ਆ। ਜ਼ਬਰਦਸਤ। ਠੀਕ ਹੈ, ਮੈਂ ਤੇ ਹੁਣ ਇਹੋ ਹੀ ਸਭ ਨੂੰ ਮਸ਼ਵਰਾ ਦਊਂਗਾ ਵੀ ਕੋਸ਼ਿਸ਼ ਕਰਨ, ਇਨਵੈਸਟਮੈਂਟ ਹੈ ਵਾ ਬਿਲਕੁਲ ਬਿਲਕੁਲ, ਲੇਕਿਨ ਬਾਹਰ ਜਾਣ ਨਾਲੋਂ ਇੱਥੇ ਰਹਿ ਕੇ ਆਪਣਾ ਇਹ ਕੰਮ ਸਟਾਰਟ ਕਰਨ, ਮਾਸ਼ਾਅੱਲਾ, ਇਹਦੇ 'ਚ ਬਚਤ ਹੈ। ਜ਼ਬਰਦਸਤ। ਹਾਂਜੀ। ਅੱਛਾ ਸਰ, ਹੁਣ ਇਹ ਦੱਸੋ ਕਿ ਤੁਸੀਂ ਮਿਲਕ ਤੋਂ ਇਲਾਵਾ ਡੇਅਰੀ ਫਾਰਮਿੰਗ 'ਚ ਕਿਹੜੀ ਇਨਕਮ ਦਾ ਸੋਰਸ ਹੈ ਮਿਲਕ ਤੋਂ ਇਲਾਵਾ? ਡੇਅਰੀ ਫਾਰਮ ਚ ਮਿਲਕ ਤੋਂ ਇਲਾਵਾ ਇਹ ਹੈ ਵੀ ਤੁਸੀਂ ਜਾਨਵਰ ਆਪਣਾ ਸੇਲ ਕਰ ਸਕਦੇ ਹੋ, ਆਪਣੀ ਬਰੀਡ ਤਿਆਰ ਕਰ ਸਕਦੇ ਜੋ। ਠੀਕ ਹੈ। ਬਰੀਡ ਤਿਆਰ ਕਰਕੇ ਤੁਸੀਂ ਸੇਲ ਕਰੋ, ਠੀਕ ਹੋ ਗਿਆ। ਉਹ ਜਿਹੜੀ ਹੁੰਦੀ ਲਾਟ ਹੁੰਦੀ ਉਹ ਬਚ ਜਾਂਦੀ ਫਾਰਮਰ ਨੂੰ। ਠੀਕ ਹੋ ਗਿਆ, ਯਾਨੀ ਕਿ ਤੁਸੀਂ ਇਹਦੀ ਜਿਹੜੀ ਬਰੀਡ ਹੈ ਉਹਦੇ ਤੋਂ ਵੀ ਇਨਕਮ ਹਾਸਿਲ ਕਰ ਸਕਦੇ ਨੇ। ਹਾਂਜੀ, ਬਿਲਕੁਲ। ਅੱਛਾ ਸਰ, ਇਹ ਦੱਸੋ ਹੁਣ ਕਿ ਤੁਸੀਂ ਜਿਹੜਾ ਇਹਨਾਂ ਨੂੰ ਕ੍ਰਾਸ ਕਰਵਾ ਰਹੇ ਹੋ, ਅੱਗੇ ਇੱਕ ਗਾਂ ਤੇ ਤੁਸੀਂ ਕ੍ਰਾਸ ਦੇ ਵਿੱਚ ਹੈ, ਹਾਂਜੀ, ਅੱਗੇ ਉਹਨਾਂ ਦੇ ਨਵਾਂ ਜਿਹੜਾ ਤੁਸੀਂ ਕ੍ਰਾਸ ਕਰਵਾਉਂਦੇ ਹੋ ਉਹ ਕਿਸ ਤਰ੍ਹਾਂ ਦਾ, ਉਹਦਾ ਪ੍ਰੋਸੀਜਰ ਕੀ ਹੈਗਾ? ਉਹਦਾ ਪ੍ਰੋਸੀਜਰ ਇਹ ਹੈ ਵੀ ਦੇਖੋ, ਸਭ ਤੋਂ ਇੰਪੋਰਟੈਂਟ ਹੈ ਮੇਲ। ਠੀਕ ਹੋ, ਮੇਲ ਕਿਸ ਤਰ੍ਹਾਂ ਦਾ ਵਾ, ਠੀਕ ਹੋ, ਉਸ ਤੋਂ ਬਾਅਦ ਹੈ ਫੀਮੇਲ, ਉਹਦੀ ਵੀ ਯਾਨੀ ਕਿ ਅੰਦਰ ਕੀ ਕਮੀ ਹੈ
ਕੀ ਉਹਨੂੰ ਚੀਜ਼ ਦੀ ਜ਼ਰੂਰਤ ਆ, ਇਹ ਚੀਜ਼ਾਂ ਸਭ ਤੋਂ ਜ਼ਿਆਦਾ ਡਿਪੈਂਡ ਕਰਦੀਆਂ ਨੇ। ਠੀਕ ਹੋ ਅਗਰ ਫੀਮੇਲ ਅੱਛੀ ਹੈ, ਉਹਦੀ ਯੂਟਰਸ ਵਗੈਰਾ ਹਰ ਚੀਜ਼ ਅੱਛੀ ਹੈ, ਉਹ ਫਿਰ ਮੇਲ ਦੇ ਜਿਹੜੇ ਵੀ ਯਾਨੀ ਕਿ ਸੀਮਨ ਉਹ ਕ੍ਰਾਸ ਬਰੀਡ ਆਊਗੀ ਨਾ, ਉਹ ਬਿਹਤਰ ਆਊਗੀ। ਠੀਕ ਹੋ ਮੈਕਸਿਮਮ ਜਿਹੜੀ ਆ ਉਹ ਬਲੱਡ ਲਾਈਨ ਸਿਸਟਮ ਦੇਖਿਆ ਜਾਂਦਾ। ਅਗਰ ਮੇਲ ਦਾ ਬਲੱਡ ਲਾਈਨ ਸਿਸਟਮ ਅੱਛਾ ਵਾ, ਉਹ ਚੋਲਿਸਤਾਨੀ ਵੈੜ ਆ ਜਾਂ ਕੋਈ ਵੀ ਵੈੜ ਆ, ਉਹਦੇ ਤੇ ਅਗਰ ਰਿਜ਼ਲਟ ਆ ਉਹ ਅੱਛਾ ਹੋਊਗਾ। ਅਗਰ ਉਹ ਮੇਲ ਤੇ ਚਲੇ ਜਾਂਦੀ ਉਹ ਤੇ ਬਹੁਤ ਹੀ ਬੈਸਟ ਹੈ। ਠੀਕ ਹੋ ਗਿਆ। ਤੇ ਸਰ ਜਿਹੜਾ ਤੁਸੀਂ ਇਸ ਟਾਈਮ ਸੈਮਨ ਮਤਲਬ ਇੰਪੋਰਟ ਕਰ ਰਹੇ ਹੋ, ਯੂਜ਼ ਕਰ ਰਹੇ ਹੋ, ਉਹਦਾ ਇੱਕ ਗਾਂ ਤੇ ਕਿੰਨਾ ਖਰਚਾ ਆ ਰਿਹਾ ਤੁਹਾਡਾ? ਉਹਦਾ ਇੱਕ ਗਾਂ ਤੇ ਖਰਚਾ 2500 3000 ਰੁਪਏ ਇੱਕ ਸੈਮਨ। ਹਾਂਜੀ। ਤੇ ਸਰ ਉਹ ਜਦੋਂ ਬੱਚਾ ਡਿਲੀਵਰ ਹੋ ਜਾਂਦਾ, ਹਾਂਜੀ, ਤੇ ਉਸ ਟਾਈਮ ਉਸ ਬੱਚੇ ਦੀ ਕੀਮਤ ਕਿੰਨੀ ਹੁੰਦੀ ਹੈ? ਉਸ ਬੱਚੇ ਦੀ ਕੀਮਤ 25 ਤੋਂ 30000। 25 ਤੋਂ 30 ਹਾਂਜੀ, ਛੋਟੇ ਬੱਚੇ ਦੀ। ਮਾਸ਼ਾਅੱਲਾ। ਅੱਛਾ ਸਰ, ਇਸ ਟਾਈਮ ਆਪਣੇ ਕੋਲ ਫਾਰਮ ਤੇ ਟੋਟਲ ਗਾਈਆਂ ਕਿੰਨੀਆਂ ਮੌਜੂਦ? ਸਾਡੇ ਕੋਲ ਨੇ 22 ਟੋਟਲ ਜਿਹੜੀਆਂ ਨੇ ਯਾਨੀ ਕਿ ਠੀਕ ਗਾਵਾਂ ਨੇ। ਮਾਸ਼ਾਅੱਲਾ। ਤੇ ਸਰ ਇਹਨਾਂ ਚੋਂ ਮਿਲਕ ਇਸ ਟਾਈਮ ਕਿੰਨੀਆਂ ਦੇ? ਮਿਲਕ ਦੇ ਰਹੀਆਂ ਨੇ 16। ਅੱਛਾ, ਬਾਕੀ ਖੁਰਾਕ ਬਾਕੀ ਯਾਨੀ ਕਿ ਉਹ ਪ੍ਰੈਗਨੈਂਟ ਨੇ ਠੀਕ ਹੋ ਤੇ ਇਸ ਵਜ੍ਹਾ ਤੋਂ ਉਹਨਾਂ ਨੂੰ ਡਰਾਈ ਕਰ ਦੇਈਦਾ। ਠੀਕ ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਇੱਕ ਗਾਂ ਜਿਹੜੀ ਪ੍ਰੈਗਨੈਂਟ ਹੈ, ਹਾਂਜੀ, ਉਹ ਪ੍ਰੈਗਨੈਂਟ ਸਟਾਰਟ ਜਿਵੇਂ ਅੱਜ ਉਹਨੂੰ ਕ੍ਰਾਸ ਕਰਵਾਇਆ, ਠੀਕ ਹੈ, ਤੇ ਉਸ ਤੋਂ ਅੱਗੇ ਉਹ ਕਿੰਨਾ ਅਰਸਾ ਤੱਕ ਮਿਲਕ ਜਿਹੜੀਆਂ ਦੇ? ਦੇਖੋ ਜੀ, ਉਹ ਡਿਪੈਂਡ ਕਰਦਾ ਗਾਂ ਤੇ। ਗਾਂ ਨੂੰ ਮੈਕਸਿਮਮ ਆਫਟਰ ਪ੍ਰੈਗਨੈਂਸੀ ਨਾ ਉਹਨੂੰ 45 ਡੇਜ਼ ਦੇ ਅੰਦਰ ਅੰਦਰ ਯਾਨੀ ਕਿ ਇਨਸੈਮੀਨੇਸ਼ਨ ਕਰ ਦੇਣਾ ਚਾਹੀਦਾ। ਠੀਕ ਹੋ ਗਿਆ। ਅਗਰ ਉਹ ਨਹੀਂ ਹੁੰਦੀ ਤੇ ਉਹ ਠੀਕ ਨਹੀਂ ਹੈ। ਉਸ ਤੋਂ ਬਾਅਦ ਹੈ ਜੀ ਉਹਨੂੰ ਇਨਸੈਮੀਨੇਟ ਹੋਣ ਤੋਂ ਬਾਅਦ ਯਾਨੀ ਕਿ ਜਿਹਨੂੰ ਆਪਾਂ ਆਨੇ ਵੀ ਗੱਭਣ ਹੋ ਗਈ ਹੈ, ਗੱਭਣ ਹੋ ਗਈ, ਠੀਕ ਹੈ, ਉਹ ਗੱਭਣ ਹੋਣ ਤੋਂ ਤਕਰੀਬਨ ਉਹਨੂੰ 5-6 ਮਹੀਨੇ ਦੇ ਅੰਦਰ ਅੰਦਰ ਉਹਨੂੰ ਡਾਈਟ ਅੱਛੀ ਦਿੱਤੀ ਜਾਵੇ। ਜਦੋਂ ਉਹਨੂੰ 6ਵਾਂ ਮਹੀਨਾ ਹੋਵੇ ਉਹਨੂੰ ਡਰਾਈ ਕਰਦੇ ਜਾਓ ਐਸਾ। ਠੀਕ ਹੋ ਗਿਆ। ਉਹ 2.5 ਤੋਂ 3 ਮਹੀਨੇ ਯਾਨੀ ਕਿ 9 ਮਹੀਨੇ ਦੇ ਅੰਦਰ ਅੰਦਰ ਗਾਂ ਬੱਚਾ ਦੇ ਦਿੰਦੀ ਹੈ। ਠੀਕ ਹੋ ਗਿਆ। ਠੀਕ ਹੈ, 2.5-3 ਮਹੀਨੇ ਦੇ ਅੰਦਰ ਅੰਦਰ ਗਾਂ ਖਾਂਦੀ ਹੈ। ਫਾਰਮਰ ਨੂੰ ਪਤਾ ਲੱਗਦਾ ਵੀ ਜਾਨਵਰ ਖਾਂਦੇ ਆ, ਲੇਕਿਨ ਇਹ ਆ ਵੀ ਫਾਰਮਰ ਨੂੰ ਬਚਤ ਹੋਈ ਹੁੰਦੀ ਹੈ। ਠੀਕ ਹੋ ਗਿਆ। ਉਹ ਮੈਕਸਿਮਮ ਦੁੱਧ ਕਿੰਨਾ ਅਰਸੇ ਤੱਕ ਦੇ ਰਹੀ ਹੈ, ਮਤਲਬ ਪ੍ਰੈਗਨੈਂਟ ਹੋਣ ਤੋਂ ਬਾਅਦ? ਉਹ 7 ਮਾਹ ਤੱਕ ਦਿੰਦੀ ਹੈ, 7 ਤੋਂ 8 ਮਾਹ ਤੱਕ ਰੈਗੂਲਰ ਦਊਗੀ। ਅੱਛਾ। ਲੇਕਿਨ ਫਾਰਮਰ ਨੂੰ ਚਾਹੀਦਾ ਵਾ ਵੀ ਉਹਨੂੰ ਜਲਦ ਜਲਦ ਡਰਾਈ ਕਰੇ ਤਾਂ ਕਿ ਬੱਚਾ ਅੰਦਰੋਂ ਸੇਵ ਰਹੇ। ਠੀਕ ਹੋ ਗਿਆ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਭਈ ਉਹਨਾਂ ਕੋਲੋਂ ਜਿੰਨਾ ਪ੍ਰੈਗਨੈਂਟ ਤੋਂ ਬਾਅਦ ਘੱਟ ਟਾਈਮ ਦੁੱਧ ਲੈ, ਹਾਂਜੀ, ਉਹਨਾਂ ਬੈਸਟ ਹੈ, ਉਹਨਾਂ ਬੈਸਟ। ਠੀਕ ਹੋ ਗਿਆ। ਅੱਛਾ ਸਰ, ਜਿਹੜਾ ਤੁਸੀਂ ਹੁਣ ਇਹ ਦੱਸ ਰਹੇ ਹੋ ਕਿ ਡਰਾਈ ਕਰਨ ਦਾ ਤਰੀਕਾ ਗਾਂ ਨੂੰ, ਹਾਂਜੀ, ਉਹ ਮਤਲਬ ਕੀ ਸ਼ੈ, ਉਹ ਕਿਸ ਤਰ੍ਹਾਂ ਮਤਲਬ? ਉਹ ਦੇਖੋ ਜੀ, ਉਹਨੂੰ ਐਸਤਾ ਨਾ ਮਿਲਕ ਤੋਂ ਘੱਟ ਯਾਨੀ ਕਿ ਅਗਰ ਤੁਸੀਂ ਹੁਣ ਉਹਦੀ ਮਿਲਕਿੰਗ ਕੀਤੀ ਹੈ ਇਸ ਟਾਈਮ, ਸੋ ਤੁਸੀਂ ਸਵੇਰ ਨਾ ਕਰੋ, ਅਗਲੇ ਦਿਨ ਕਰ ਲਓ। ਠੀਕ ਹੋ ਗਿਆ। ਫਿਰ ਦੂਸਰਾ ਮੈਡੀਕਲ ਟ੍ਰੀਟਮੈਂਟ ਉਹਦਾ ਇਹੋ ਟਿਊਬਸ ਮਿਲਦੀਆਂ ਨੇ, ਤੁਸੀਂ ਉਹ ਥੜਾਂ 'ਚ ਚੜਾ ਦਿਓ, ਉਹ ਡਰਾਈ ਹੋ ਜਾਊਗੀ। ਠੀਕ ਹੋ ਗਿਆ। ਹਾਂਜੀ। ਅੱਛਾ ਸਰ, ਇਹਨਾਂ ਕੋਲੋਂ ਬਰੀਡ ਲੈਣ ਦਾ ਸਹੀ ਟਾਈਮ ਕਿਹੜਾ? ਬਰੀਡ ਲੈਣ ਦਾ ਸਹੀ ਟਾਈਮ ਇਹਦਾ ਤੋਂ ਹੁੰਦਾ ਵਾ ਅਕਤੂਬਰ ਦਾ। ਠੀਕ ਹੋ ਗਿਆ। ਯਾਨੀ ਕਿ ਅਕਤੂਬਰ ਆ, ਉਸ ਤੋਂ ਬਾਅਦ ਫਰਵਰੀ ਮਾਰਚ। ਠੰਡਾ ਮਿੱਠਾ ਜਿਹਨੂੰ ਪੰਜਾਬੀ ਜਾਂਦੇ ਨੇ, ਠੰਡਾ ਮਿੱਠਾ ਮੌਸਮ, ਨਾ ਜ਼ਿਆਦਾ ਗਰਮ ਨਾ ਜ਼ਿਆਦਾ ਸਰਦ ਹੋਵੇ। ਅੱਛਾ ਸਰ, ਹੁਣ ਇਹ ਦੱਸੋ, ਅਗਰ ਕੋਈ ਨया ਭਾਈ ਇਹ ਕੰਮ ਸਟਾਰਟ ਕਰ ਰਿਹਾ, ਹਾਂਜੀ, ਤੇ ਇੱਕ ਗਾਂ ਦਾ ਇਸ ਟਾਈਮ ਰੇਟ ਕਿਹੜਾ ਔਰ ਕਿਹੜੀ ਮਤਲਬ ਉਹਨੂੰ ਗਾਂ ਕਿਸ ਹਾਲਤ 'ਚ ਲੈਣੀ ਚਾਹੀਦੀ ਹੈ? ਮਿਲਕ ਦੇ ਰਹੀ ਹੋਵੇ ਗਾਂ, ਦੇਖੋ ਜੀ, ਕੰਮ ਸਟਾਰਟ ਕਰਨ ਤੋਂ ਪਹਿਲਾਂ ਗਾਂ ਲੈਣੀ ਚਾਹੀਦੀ ਹੈ ਮਿਲਕਿੰਗ ਵਾਲੀ। ਠੀਕ ਹੋ। ਪ੍ਰੈਗਨੈਂਟ ਗਾਂ ਨਹੀਂ ਲੈਣੀ ਚਾਹੀਦੀ। ਪ੍ਰੈਗਨੈਂਟ ਗਾਂ ਲਵੇ ਜਿਹੜਾ ਕੋਈ ਹਾਈ ਇਨਵੈਸਟਰ ਹੈ। ਠੀਕ ਹੋ। ਹਾਂਜੀ, ਕਿਉਂਕਿ ਉਹਨੂੰ ਖਵਾਉਣਾ ਵਾ, ਜਿਹਨੇ ਆਪਣਾ ਇਨਵੈਸਟ ਕਰਕੇ ਵੀ ਯਾਨੀ ਕਿ ਮਾੜਾ ਮੋਟਾ ਜਿਹਨੇ ਆਪਣਾ ਸਟਾਰਟ ਕਰਨਾ ਘੱਟ ਤੋਂ ਘੱਟ, ਉਹ ਤੇ ਪ੍ਰੈਗਨੈਂਟ ਗਾਵਾਂ ਨੂੰ ਬਿਲਕੁਲ ਵੀ ਨਾ ਵੀ ਯਾਨੀ ਕਿ ਉਸ ਸਾਈਡ ਤੇ ਜਾਵੇ, ਉਹ ਲਵੇ ਮਿਲਕਿੰਗ ਵਾਲੀਆਂ। ਠੀਕ ਹੋ ਗਿਆ। ਕਿਉਂਕਿ ਉਹ ਦੁੱਧ ਦਿੰਦੀਆਂ ਹੋਣਗੀਆਂ, ਉਹਦੀ ਕੋਈ ਇਨਕਮ ਸੋਰਸ ਬਣੂਗਾ, ਉਹ ਖੁਸ਼ ਹੋਊਗਾ। ਜੀ ਜੀ, ਉਹਨੂੰ ਪਤਾ ਲੱਗੂਗਾ ਮੇਰੀ ਇਨਕਮ ਆਉਂਦੀ ਹੈ ਸਾਈਡ ਤੋਂ। ਠੀਕ ਹੈ। ਤੇ ਜਿਹੜਾ ਸਟਾਰਟ ਕਰੂਗਾ ਉਹ ਆਪਣਾ ਐਵੇਂ ਸੈਟਅਪ ਸਟਾਰਟ ਕਰੇ ਵੀ ਉਹ ਮਿਲਕਿੰਗ ਵਾਲਾ ਜਾਨਵਰ ਲਵੇ। ਠੀਕ ਹੋ ਗਿਆ। ਤੇ 2.5 ਤੋਂ 3 ਲੱਖ ਦੇ ਦਰਮਿਆਨ ਲਵੇ। ਠੀਕ ਹੋ ਗਿਆ। ਕਿਉਂਕਿ ਇਹ ਨਾਰਮਲ ਰੇਂਜ ਹੈ, ਅੱਜ ਕੱਲ ਦੀ ਜਿਵੇਂ ਮਹਿੰਗਾਈ ਹੈ ਉਸ ਹਿਸਾਬ ਨਾਲ ਨਾਰਮਲ ਰੇਂਜ ਹੈ। ਠੀਕ ਹੋ ਗਿਆ। ਅੱਛਾ ਸਰ, ਹੁਣ ਇਹ ਦੱਸੋ ਕਿ ਸੈਲੇਜ ਤੁਸੀਂ ਆਪਣਾ ਤਿਆਰ ਕਰ ਰਹੇ ਹੋ? ਅਸੀਂ ਸੈਲੇਜ ਆਪਣਾ ਤਿਆਰ। ਅਗਰ ਕੋਈ ਭਾਈ ਮਾਰਕੀਟ ਚੋਂ ਪਰਚੇਜ਼ ਕਰਨਾ ਚਾਹੁੰਦਾ, ਹਾਂਜੀ, ਤੇ ਉਹਨੂੰ ਅਗਰ ਉਹ ਪਰਚੇਜ਼ ਕਰਕੇ ਇਹਨਾਂ ਨੂੰ ਅਗਰ ਉਹ ਸੈਲੇਜ ਵਗੈਰਾ ਪਾਵੇ, ਵੰਡਾ ਪਰਚੇਜ਼ ਕਰਕੇ ਪਾਵੇ, ਹਾਂਜੀ, ਫਿਰ ਵੀ ਉਹਨਾਂ ਦਾ ਕੋਈ ਪ੍ਰੋਫਿਟ ਦੇ ਚਾਂਸਸ? ਬਿਲਕੁਲ ਹੈ ਨੇ, ਬਿਲਕੁਲ ਹੈ ਨੇ। ਹਾਂਜੀ। ਠੀਕ ਹੋ ਗਿਆ। ਇੱਕ ਗਾਂ ਜਾਨਵਰ ਜਿਹੜਾ ਵੀ ਹੈ ਵਾ ਨਾ, ਉਹ ਫਾਰਮਰ ਨੂੰ ਤਕਰੀਬਨ ਇਸ ਤਰ੍ਹਾਂ ਵੀ ਅਗਰ ਉਹ ਕਰਨ ਦਿਆ ਵਾ ਨਾ, ਉਹਨੂੰ 1/3 ਬਚਣ ਦਿਆ। ਠੀਕ ਹੋ ਗਿਆ। ਹਾਂਜੀ, ਉਹ 1/3 ਉਹਨਾਂ ਨੂੰ ਬਚਣ ਦਿਆ, ਹਰ ਸ਼ੈ ਬਚਣ। ਯਾਨੀ ਕਿ ਹਰ ਚੀਜ਼ ਮਾਰਕੀਟ ਚੋਂ ਖਰੀਦਣ ਤੋਂ ਬਾਅਦ ਬਿਲਕੁਲ ਐਵੇਂ, ਬਿਲਕੁਲ ਉਹਨੂੰ 1/3 ਬਚ ਜਾਂਦਾ ਵਾ। ਠੀਕ ਹੋ ਗਿਆ। ਕਿਉਂਕਿ ਕਾਫੀ ਸਾਰੇ ਡੇਅਰੀ ਫਾਰਮ ਅਸੀਂ ਅੱਗੇ ਵੀ ਵਿਜ਼ਿਟ ਕੀਤੇ ਆ, ਕਾਫੀ ਸਾਰੇ ਭਾਈ ਇਹ ਚੀਜ਼ ਨੂੰ ਮਤਲਬ ਉਹ ਅੱਛਾ ਨਹੀਂ ਸਮਝ ਰਹੇ ਕਿ ਸੈਲੇਜ ਔਰ ਵੰਡਾ ਮਾਰਕੀਟ ਚੋਂ ਖਰੀਦ ਕੇ ਪਾਣਗੇ ਤੇ ਉਹਨਾਂ ਨੂੰ ਕੋਈ ਪ੍ਰੋਫਿਟ ਜਿਹੜੀ ਹੈ। ਨਹੀਂ, ਇਹ ਗਲਤ ਹੈ, ਲੋਕਾਂ ਦੇ ਐਵੇਂ ਗਲਤ ਫਹਿਮੀਆਂ ਨੇ। ਬਿਲਕੁਲ। ਤੇ ਫਾਰਮਰਸ ਨੂੰ ਬਚਦੀ ਆ, ਹਰ ਸ਼ੈ ਬਚਦੀ ਆ, ਲੇਕਿਨ ਇਹ ਡਿਪੈਂਡ ਕਰਦਾ ਥੋੜਾ ਜਿਹਾ ਦੁੱਧ ਦੇ ਰੇਟ ਤੇ ਵੀ। ਤੇ ਅਗਰ ਅੱਛਾ ਰੇਟ ਮਿਲਣ ਦਿਆ ਤੇ ਫਾਰਮਰ ਨੂੰ ਹਰ ਚੀਜ਼ ਬਚਦੀ ਹੈ। ਜ਼ਬਰਦਸਤ। ਹਾਂਜੀ। ਅੱਛਾ ਸਰ, ਅਸੀਂ ਆਪਣੇ ਫਾਰਮ ਤੇ ਮੱਝਾਂ ਵੀ ਵੇਖ ਰਹੇ ਹਾਂ। ਹਾਂਜੀ। ਤੇ ਇਹ ਮੱਝਾਂ ਦਾ ਬਾਰੇ ਦੱਸੋ, ਇਹਨਾਂ ਕੋਲੋਂ ਤੁਸੀਂ ਮਿਲਕ ਐਵਰੇਜ ਔਰ ਇਹਨਾਂ ਦਾ ਕੀ? ਮੱਝਾਂ ਦਾ ਦੇਖੋ ਜੀ, ਮੱਝ ਦੁੱਧ ਦਿੰਦੀ ਆ, ਉਹਨੂੰ ਖਵਾਓ ਤੇ ਜ਼ਬਰਦਸਤ। ਠੀਕ ਹੈ। ਤੇ ਗਾਂ ਨਾਲੋਂ ਵੀ ਯਾਨੀ ਕਿ ਘੱਟ ਦੁੱਧ ਦਿੰਦੀ ਹੈ, ਥੋੜਾ ਅਰਸਾ ਦਿੰਦੀ ਹੈ, 4-5 ਮਾਹ। ਠੀਕ ਹੋ ਗਿਆ।
ਕਿਉਂਕਿ ਆਪਣੇ ਪੰਜਾਬ 'ਚ ਜ਼ਿਆਦਾਤਰ ਮੱਝ ਦਾ ਜਿਹੜਾ ਦੁੱਧ ਹੈ ਹਾਂਜੀ। ਉਹ ਜ਼ਿਆਦਾ ਲਾਈਕ ਕੀਤਾ ਜਾ ਰਿਹਾ ਇਹ ਸਾਡੇ ਸ਼ਹਿਰੀ ਇਹੋ ਆਂਦੇ ਨੇ ਨਾ ਵੀ ਇਹਨਾਂ ਦਾ ਮੱਝਾਂ ਵੀ- ਹੋਣਾ ਚਾਹੀਦਾ, ਮਾਝਾ ਹੋਣਾ ਚਾਹੀਦਾ। ਤੇ ਸਰ ਇਹਨਾਂ ਦਾ ਮਿਲਕ ਤੁਸੀਂ ਅਲੱਗਾ ਤੋਂ ਸੇਲ ਕਰਦੇ ਹੋ ਜਾਂ ਇਹਨਾਂ ਦੇ ਵਿੱਚ ਨਹੀਂ ਮਿਕਸ ਕਰ ਦਈਦਾ, ਅਸਾਂ ਮਿਕਸ ਕਰ ਦਿੰਦੇ ਮਿਕਸ ਕਰਕੇ ਹਾਂਜੀ। सेल कर माशाल्लाह हाँ जी। ठीक हो गया सर, बहुत शुक्रिया। बहुत बहुत शुक्रिया जी तो फ्रेंड्स ये थी आज की वीडियो। उम्मीद करते हैं आज की वीडियो आपको अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दोस्त शेख अब्बास को दीजिए इजाज़त। अल्लाह हाफिज़।